Dear students, my best wishes. Today we shall discuss preposition. Now, what is a preposition? A preposition is a word which relates a noun, a pronoun, or a phrase to some other word in a sentence. So that is preposition. ਜਾਣੀ ਸੰਬੰਧਕ ਜੋ ਸਾਨੂੰ ਸੰਬੰਧ ਦੱਸਦਾ ਹੈ ਜਾਂ ਸੰਬੰਧਿਤ ਕਰਦਾ ਹੈ ਕਿਸੇ ਸ਼ਬਦ ਨੂੰ ਨਾਉਨ ਨਾਲ, ਪ੍ਰੋਨਾਉਨ ਨਾਲ ਜਾਂ ਫਰੇਜ਼ ਨੂੰ ਕੋਈ ਰੂਪ ਦੇ ਕੇ ਉਹਨੂੰ ਫਿਕਰ ਦੇ ਵਿੱਚ ਜੋੜਦਾ ਹੈ, ਤਾਂ ਇਸ ਤਰ੍ਹਾਂ ਅਸੀਂ ਉਸ ਨੂੰ ਪ੍ਰੈਪੋਜੀਸ਼ਨ ਕਹਿੰਦੇ ਹਾਂ, ਸੰਬੰਧਕ ਕਹਿੰਦੇ ਹਾਂ। ਕੁਝ ਐਗਜ਼ਾਮਪਲਸ ਨੇ ਥੋੜ੍ਹੀਆਂ ਜਿਹੀਆਂ, ਜਿਸ ਤਰ੍ਹਾਂ ਇਨ ਹੈ, ਔਨ ਹੈ, ਵੈਸੇ ਇਨ ਨਾਲ ਆਊਟ ਵੀ ਹੁੰਦਾ ਗਾ, ਵਿਦ ਹੈ, ਵਿਦਨ ਹੁੰਦਾ ਹੈ, ਬਿਫੋਰ ਹੈ, ਅੰਡਰ ਹੈ, ਓਵਰ ਹੈ। ਫਿਰ ਇਸ ਤਰ੍ਹਾਂ ਜੋ ਫਰੇਜ਼ਸ ਬਣਦੀਆਂ ਨੇ ਬਾਈ ਮੀਨਸ ਆਫ, ਬਿਕੋਜ਼ ਆਫ, ਅਕੋਰਡਿੰਗ ਟੂ ਵਗੈਰਾ ਵਗੈਰਾ। ਤਾਂ ਇਸ ਤਰ੍ਹਾਂ ਦੀਆਂ ਜੋ ਜਾਣੀ ਫਰੇਜ਼ਸ ਨੇ ਤਾਂ ਉਹ ਪ੍ਰੈਪੋਜੀਸ਼ਨ ਦੇ ਨਾਲ ਹੀ ਬਣਦੀਆਂ ਨੇ, ਔਰ ਪ੍ਰੈਪੋਜੀਸ਼ਨ ਜਿਹੜੀ ਹੈਗੀ ਹੈ ਉਹ ਹੀ ਉਹਨੂੰ ਸੈਂਟੈਂਸ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦਿੰਦੀ ਹੈ ਜਾਂ ਜਗ੍ਹਾ ਬਣਦੀ ਹੈ ਉਸ ਨਾਲ। ਹੁਣ ਆਪਾਂ ਇਹ ਦੇਖਣਾ ਹੈ ਕਿ ਵੀ ਕੰਪਾਊਂਡ ਪ੍ਰੈਪੋਜੀਸ਼ਨਸ ਕਿਹਨਾਂ ਨੂੰ ਕਹਿੰਦੇ ਨੇ। ਇਨਸਾਈਡ ਜਿਸ ਤਰ੍ਹਾਂ ਹੈ, ਇਹ ਕੰਪਾਊਂਡ ਪ੍ਰੈਪੋਜੀਸ਼ਨ ਬਣ ਗਈ, ਇਨ ਔਰ ਸਾਈਡ ਦੋ ਤੋਂ ਮਿਲ ਕੇ। ਇਸ ਤਰ੍ਹਾਂ ਹੀ ਆਊਟਸਾਈਡ ਹੈ, ਵਿਦਇਨ ਹੈ, ਹੋਰ ਬੜੀਆਂ ਸਾਰੀਆਂ ਨੇਗੀਆਂ, ਅੰਡਰਨੀਥ ਹੈ। ਤਾਂ ਇਸ ਤਰ੍ਹਾਂ ਅਗਰ ਅਸੀਂ ਬਿਲੋ ਵੀ ਕਹਿੰਦੇ ਹਾਂ, ਬੀ ਅਤੇ ਲੋ, ਉਹ ਵੀ ਕੰਪਾਊਂਡ ਪ੍ਰੈਪੋਜੀਸ਼ਨ ਹੀ ਹੈ। ਇਸ ਤਰ੍ਹਾਂ ਦੇ ਕੁਝ ਕੰਪਾਊਂਡ ਪ੍ਰੈਪੋਜੀਸ਼ਨਸ ਹੁੰਦੀਆਂ ਨੇਗੀਆਂ। ਹੁਣ ਸਭ ਤੋਂ ਪਹਿਲਾਂ, ਕਿਉਂਕਿ ਪ੍ਰੈਪੋਜੀਸ਼ਨ ਦਾ ਖੇਤਰ ਬਹੁਤ ਵੱਡਾ ਹੈ, ਇਸ ਨੂੰ ਪੜ੍ਹਨ ਦੀ, ਯਾਦ ਕਰਨ ਦੀ, ਰਿਵੀਜ਼ਨ ਕਰਨ ਦੀ ਲੋੜ ਪੈਂਦੀ ਹੈ, ਦੁਹਰਾਉਣ ਦੀ ਲੋੜ ਪੈਂਦੀ ਹੈ ਵਾਰ-ਵਾਰ। ਤਾਂ ਆਪਾਂ ਸਿਰਫ ਪਹਿਲਾਂ ਇਹ ਦੇਖਦੇ ਹਾਂ ਕਿ ਨੋ ਪ੍ਰੈਪੋਜੀਸ਼ਨ ਆਫਟਰ, ਕੁਝ ਵਰਡਸ ਇਹੋ ਜਿਹੇ ਨੇ ਜਾਂ ਕੁਝ ਵਰਬਸ ਇਹੋ ਜਿਹੀਆਂ ਨੇ ਆਪਾਂ ਕਹੀਏ ਜਿੱਥੇ ਕੋਈ ਵੀ ਪ੍ਰੈਪੋਜੀਸ਼ਨ ਨਹੀਂ ਲੱਗਦੀ। ਜਿਸ ਤਰ੍ਹਾਂ ਅਕੰਪਨੀ ਹੈ, ਆਈ ਸ਼ੈਲ ਅਕੰਪਨੀ ਯੂ, ਸਿੱਧਾ ਹੀ ਕਹਾਂਗੇ, ਇਹ ਨਹੀਂ ਕਹਾਂਗੇ ਕਿ ਆਈ ਸ਼ੈਲ ਅਕੰਪਨੀ ਵਿਦ ਯੂ ਜਾਂ ਕੁਛ ਵੀ ਨਹੀਂ ਕਹਾਂਗੇ, ਆਈ ਸ਼ੈਲ ਅਕੰਪਨੀ ਯੂ ਟੂ ਦਾ ਮਾਰਕੀਟ। ਇਸ ਤਰ੍ਹਾਂ ਆਸਕ, ਟੈਲ, ਆਰਡਰ ਵਗੈਰਾ ਵਗੈਰਾ ਜਿਹੜੇ ਸਾਡੇ ਸ਼ਬਦ ਨੇ, ਐਡਵਾਈਜ਼ ਹੈ, ਇਹਨਾਂ ਨਾਲ ਵੀ ਕੋਈ ਪ੍ਰੈਪੋਜੀਸ਼ਨ ਨਹੀਂ ਲੱਗਦੀ। ਫਿਰ ਅਟੈਕ ਹੈ, ਇਸੇ ਤਰ੍ਹਾਂ ਅਟੈਕ ਜਦੋਂ ਵਰਬ ਦੇ ਤੌਰ 'ਤੇ ਆਉਂਦਾ ਕੋਈ ਪ੍ਰੈਪੋਜੀਸ਼ਨ ਨਹੀਂ ਲੱਗਦੀ। ਜੇ ਨਾਊਨ ਦੇ ਤੌਰ 'ਤੇ ਆਉਂਦਾ ਫਿਰ ਅਸੀਂ ਲਾ ਦਿੰਦੇ ਹੁੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਕਹੀਏ ਕਿ ਐਨ ਅਟੈਕ ਔਨ ਕਸ਼ਮੀਰ ਇਜ਼ ਐਨ ਅਟੈਕ ਔਨ ਇੰਡੀਆ। ਲੇਕਿਨ ਇੱਥੇ ਅਟੈਕ ਜਿਹੜਾ ਹੈ ਉਹ ਨਾਊਨ ਹੈ, ਇਹਦਾ ਭਾਵ ਹਮਲਾ ਹੈ, ਜਦ ਕਿ ਵਰਬ ਦੇ ਤੌਰ 'ਤੇ ਹਮਲਾ ਕਰਨਾ ਹੈ। ਤੋ ਇਹ ਨਹੀਂ ਕਦੇ ਵੀ ਲਿਖਾਂਗੇ ਕਿ ਇੰਡੀਆ ਵਿਲ ਨਾਟ ਅਟੈਕ ਔਨ ਪਾਕਿਸਤਾਨ ਜਾਂ ਅਟੈਕ ਓਵਰ ਪਾਕਿਸਤਾਨ। ਅਟੈਕ ਤੋਂ ਬਾਅਦ ਕੋਈ ਪ੍ਰੈਪੋਜੀਸ਼ਨ ਨਹੀਂ ਲੱਗਦੀ। ਫੀਅਰ ਤੋਂ ਬਾਅਦ ਨਹੀਂ ਲੱਗਦੀ। ਜੇ ਕਿਹਾ ਜਾਵੇ ਕਿ ਰੱਬ ਤੋਂ ਡਰੋ, ਫੀਅਰ ਫਰੋਮ ਗੋਡ ਨਹੀਂ ਲਾਉਣਾ, ਫੀਅਰ ਗੋਡ। ਤੋ ਨਾਊਨ ਦੇ ਤੌਰ 'ਤੇ ਜਦੋਂ ਅਸੀਂ ਵਰਤਦੇ ਵੱਖਰੀ ਗੱਲ ਆ, ਲੇਕਿਨ ਵਰਬ ਦੇ ਤੌਰ 'ਤੇ ਆਰਡਰ ਅਸੀਂ ਕਰ ਲਿਆ। ਸ਼ਰਕ, ਅਸੀਂ ਆਮ ਕਹਿੰਦੇ ਹਾਂ ਕੰਮ ਤੋਂ ਜੀ ਨਾ ਚੁਰਾਓ, ਡੋਂਟ ਸ਼ਰਕ ਵਰਕ, ਸ਼ਰਕ ਫਰੋਮ ਵਰਕ ਨਹੀਂ, ਡੋਂਟ ਸ਼ਰਕ ਵਰਕ। ਇਸ ਤਰ੍ਹਾਂ ਰਿਜ਼ੈਂਬਲ ਵਰਡ ਬੜਾ ਆਉਂਦਾ ਹੈਗਾ ਗਾ। ਰਿਜ਼ੈਂਬਲ ਹੁੰਦਾ ਹਮ ਸ਼ਕਲ ਹੋਣਾ, ਸ਼ਕਲਾਂ ਦਾ ਮਿਲਣਾ, ਆਪਸ ਵਿੱਚ ਮਿਲਣਾ। ਆਮ ਤੌਰ 'ਤੇ ਕਈ ਵਾਰੀ ਰਿਜ਼ੈਂਬਲ ਨਾਲ ਵਿਦ ਜਾਂ ਟੂ ਲਾ ਆਉਂਦੇ ਨੇ, ਦੈਟ ਇਜ਼ ਰੋਂਗ। ਆਪਾਂ ਕਹੀਏ ਕਿ ਹੀ ਰਿਜ਼ੈਂਬਲਸ ਹਿਜ਼ ਫਾਦਰ, ਜਾਂ ਇਹ ਵੀ ਕਿਹਾ ਜਾਂਦਾ ਕਿ ਬॉयਜ਼ ਜਨਰਲੀ ਰਿਜ਼ੈਂਬਲ ਦੇਅਰ ਪੇਰੈਂਟਸ। ਤੋ ਇੱਦਾਂ ਅਸੀਂ ਲਾਉਣਾ ਕੋਈ ਨਹੀਂ ਲਾਉਣਾ। ਰਿਜ਼ੈਂਬਲ ਤੋਂ ਬਾਅਦ ਸਾਡਾ ਹੈ ਮੈਰੀ। ਹੁਣ ਮੈਰੀ ਦੇ ਨਾਲ ਵੀ ਇੱਦਾਂ ਕੋਈ ਨਹੀਂ ਲੱਗੇਗਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ ਸਿੱਧਾ ਹੀ ਸੈਂਟੈਂਸ ਆਏਗਾ ਰਾਮ ਮੈਰਿਡ ਸੀਤਾ। ਜਦੋਂ ਪੈਸਿਵ ਵੌਇਸ ਦੀ ਗੱਲ ਕਰਾਂਗੇ 1 ਮਿੰਟ ਬਾਅਦ, ਉਦੋਂ ਅਸੀਂ ਦੇਖਾਂਗੇ ਕਿ ਪੈਸਿਵ ਵੌਇਸ ਦੇ ਵਿੱਚ ਪ੍ਰੈਪੋਜੀਸ਼ਨ ਲੱਗ ਜਾਣੀ ਹੁੰਦੀ ਹੈ, ਲੇਕਿਨ ਐਕਟਿਵ ਦੇ ਵਿੱਚ ਇੱਦਾਂ ਨਹੀਂ ਲੱਗਦੀ। ਜੁਆਇਨ ਦੇ ਨਾਲ ਜਾਂ ਕੰਪਰਾਈਜ਼ ਦੇ ਨਾਲ ਵੀ ਕੋਈ ਵਰਬ ਦੇ ਨਾਲ ਕੋਈ ਪ੍ਰੈਪੋਜੀਸ਼ਨ ਜਿਹੜੀ ਹੈ ਉਹ ਨਹੀਂ ਲੱਗਣੀ, ਇਹ ਧਿਆਨ ਰੱਖਣਾ ਹੈ। ਬਾਕੀ ਜਿੱਥੇ ਲੱਗਣੀ ਹੈ ਉਹ ਤਾਂ ਬਹੁਤ ਸਾਰੀਆਂ ਨੇ, ਯਾਦ ਕਰਨੀਆਂ ਪੈਣਗੀਆਂ, ਰਿਵੀਜ਼ਨ ਕਰਨੀ ਪਊ। ਅਸੀਂ ਆਮ ਹੀ ਦੇਖਦੇ ਰਹਿੰਦੇ ਹਾਂ ਕਿ ਜੇ ਅਸੀਂ ਗੱਲ ਕਰਦੇ ਹਾਂ ਲਾਫ, ਲਾਫ ਐਟ, ਨੌਕ ਐਟ, ਲਿਸਨ
टू, ਇਹੋ ਜਿਹੀਆਂ ਬਹੁਤ ਸਾਰੀਆਂ ਹੋਣਗੀਆਂ, ਅਬਾਈਡ ਬਾਈ, ਬਹੁਤ ਸਾਰੀਆਂ ਆਉਣਗੀਆਂ, ਤਾਂ ਉਹਨਾਂ ਦੀ ਰਿਵੀਜ਼ਨ ਆਪਾਂ ਕਰਾਂਗੇ। ਫਿਰ ਪੈਸੇ ਵਰਬਸ ਨੇ ਕੁਛ ਨੋਨ। ਹੁਣ ਨੋਨ ਦੇ ਨਾਲ ਅਸੀਂ ਜਦੋਂ ਪੈਸਿਵ ਕਰਾਂਗੇ ਟੂ ਲਾਵਾਂਗੇ, ਬਾਈ ਨਹੀਂ ਲਾਉਂਦੇ। ਆਮ ਪੈਸਿਵ ਦੇ ਵਿੱਚ ਅਸੀਂ ਦੇਖਦੇ ਹਾਂ ਬਾਏ ਲੱਗਦਾ ਕਿ ਹੀ ਇਜ਼ ਨੋਨ ਟੂ ਮੀ, ਇੱਦਾਂ ਲੱਗੇਗਾ ਹੀ ਇਜ਼ ਨੋਨ ਬਾਏ ਮੀ, ਨਹੀਂ ਲੱਗਦਾ। ਇਹ ਵੀ ਧਿਆਨ ਰੱਖਣਾ ਕਿ ਕੁਝ ਸਾਡੇ ਕੋਲ ਪੈਸਿਵ ਵਰਬਸ ਇਹੋ ਜਿਹੀਆਂ ਨੇ ਜਿਨ੍ਹਾਂ ਨਾਲ ਅਸੀਂ ਬਾਈ ਦੀ ਵਰਤੋਂ ਨਹੀਂ ਕਰਦੇ, ਕੋਈ ਹੋਰ ਪ੍ਰੈਪੋਜੀਸ਼ਨ ਲਾਉਂਦੇ ਆ, ਨੋਨ ਟੂ। ਇਸ ਤਰ੍ਹਾਂ ਹੀ ਮੈਰਿਡ ਟੂ, ਜਿਵੇਂ ਆਪਾਂ ਕਹੀਏ ਕਿ ਰਾਮ ਵਾਜ਼ ਮੈਰਿਡ ਟੂ ਸੀਤਾ ਜਾਂ ਸੀਤਾ ਵਾਜ਼ ਮੈਰਿਡ ਟੂ ਰਾਮ, ਭਾਵ ਕਿ ਮੈਰਿਡ ਟੂ, ਇੱਥੇ ਟੂ ਜਿਹੜਾ ਲੱਗਿਆ ਬਾਈ ਦੀ ਥਾਂ 'ਤੇ ਲੱਗਿਆ ਹੋਇਆ, ਬਾਈ ਨਹੀਂ ਲੱਗਦਾ। ਨੋਨ ਟੂ ਔਰ ਮੈਰਿਡ ਟੂ, ਇਹ ਥਰਡ ਫਾਰਮ ਦੇ ਵਿੱਚ ਆਪਾਂ ਧਿਆਨ ਰੱਖਣਾ ਵੀ ਥਰਡ ਫਾਰਮ ਦੀ ਗੱਲ ਹੈਗੀ ਹੈ ਜਿਹੜੀ ਹੈਗੀ ਹੈ। ਫਿਰ ਸਾਡੇ ਕੋਲ ਇਸ ਤਰ੍ਹਾਂ ਕੰਟੇਨਡ ਹੈ, ਕੰਟੇਨਡ ਤੋਂ ਬਾਅਦ ਅਸੀਂ ਇਨ ਲਾਉਂਦੇ ਹਾਂ, ਅਤੇ ਇੰਟਰਸਟਿਡ ਤੋਂ ਬਾਅਦ ਵੀ ਅਸੀਂ ਇਨ ਲਾਉਂਦੇ ਹਾਂ। ਆਪਾਂ ਕਹੀਏ ਕਿ ਆਈ ਐਮ ਇੰਟਰਸਟਿਡ ਇਨ ਦਿਸ ਬੁੱਕ, ਬਾਏ ਦਿਸ ਬੁੱਕ ਨਹੀਂ ਲਾਵਾਂਗੇ, ਇੰਟਰਸਟਿਡ ਇਨ, ਕੰਟੇਨਡ ਇਨ। ਜੇ ਐਕਟਿਵ ਵੌਇਸ ਹੋਵੇ ਕਿ ਦਿਸ ਜੱਗ ਕੰਟੇਨਸ ਮਿਲਕ, ਪੈਸੇ ਵਿੱਚ ਕਹਾਂਗੇ ਮਿਲਕ ਇਜ਼ ਕੰਟੇਨਡ ਇਨ ਦਿਸ ਜੱਗ, ਨਾਟ ਬਾਏ ਦਿਸ ਜੱਗ। ਫਿਰ ਕਵਰਡ ਹੈ, ਸੈਟਿਸਫਾਈਡ ਹੈ, ਪੈਸਿਵ ਵੌਇਸ ਦੇ ਵਿੱਚ ਇਹਨਾਂ ਨਾਲ ਵਿਦ ਲੱਗਦਾ ਗਾ। ਦ ਲੈਂਡ ਵਾਜ਼ ਕਵਰਡ ਵਿਦ ਸੌਫਟ ਗਰਾਸ, ਬਾਏ ਨਹੀਂ ਲੱਗਦਾ, ਦ ਲੈਂਡ ਵਾਜ਼ ਕਵਰਡ ਵਿਦ ਸੌਫਟ ਗਰਾਸ। ਇਸ ਤਰ੍ਹਾਂ ਆਪਾਂ ਕਹੀਏ ਕਿ ਆਈ ਐਮ ਸੈਟਿਸਫਾਈਡ ਵਿਦ ਯੂਰ ਵਰਕ, ਵਿਦ ਜਾਣੀ ਸੈਟਿਸਫਾਈਡ ਨਾਲ ਵੀ ਅਸੀਂ ਵਿਦ ਲਾਉਂਦੇ ਹਾਂ। ਫਿਰ ਸ਼ੌਕਡ ਅਤੇ ਸਰਪ੍ਰਾਈਜ਼ਡ ਹਨ, ਇਹਨਾਂ ਨਾਲ ਐਟ ਲੱਗਦਾ ਹੈਗਾ ਗਾ। ਆਪਾਂ ਕਹੀਏ ਦਾ ਨਿਊਜ਼ ਸ਼ੌਕਡ ਮੀ, ਆਈ ਵਾਜ਼ ਸ਼ੌਕਡ ਐਟ ਦਾ ਨਿਊਜ਼। ਹਿਜ਼ ਸਕਸੈਸ हैज़ सरप्राइज्ड एवरीबॉडी, तो एवरीबॉडी हैज़ बिन सरप्राइज्ड एट हिज सक्सेस, यानी सरप्राइज्ड एट, शॉक्ड एट। प्लीज्ड नाल विद या एट दोनों लग जाते हैं। प्लीज्ड विद ए परसन, व्यक्ति होवे तो प्लीज्ड विद, प्लीज्ड एट ए थिंग या प्लीज्ड एट एन एक्शन, फिर असी ਐਟ ਲਾਵਾਂਗੇ। ਤਾਂ ਇਹਨਾਂ ਦਾ ਵੀ ਅਸੀਂ ਧਿਆਨ ਰੱਖਾਂਗੇ ਜਦ ਅਸੀਂ ਪੈਸਿਵ ਕਰਾਂਗੇ ਕਿ ਇਹਨਾਂ ਨਾਲ ਅਸੀਂ ਬਾਈ ਨਹੀਂ, ਅਸੀਂ ਇਹਨਾਂ ਨਾਲ ਇਹ ਵੱਖਰੀ ਪ੍ਰੈਪੋਜੀਸ਼ਨ ਲਾਵਾਂਗੇ। ਇਹ ਵੀ ਯਾਦ ਕਰਨ ਵਾਲੀ ਹੈਗੀ ਆ। ਫਿਰ ਸਾਡੇ ਕੋਲ ਈਡੀਅਮਸ ਐਂਡ ਫਰੇਜ਼ਿਸ ਆਉਂਦੀਆਂ ਨੇ ਬਹੁਤ ਸਾਰੀਆਂ, ਤਾਂ ਇੱਥੇ ਅਸੀਂ ਦੇਖਾਂਗੇ ਕਿ ਕਿਵੇਂ ਕੋਈ ਵੱਖਰੀ ਪ੍ਰੈਪੋਜੀਸ਼ਨ ਲਾ ਕੇ ਵਰਬ ਦੇ ਨਾਲ ਅਤੇ ਉਹਦਾ ਮੀਨਿੰਗ ਬਿਲਕੁਲ ਬਦਲ ਜਾਂਦਾ। ਅਸੀਂ ਕਹਿੰਦੇ ਹਾਂ ਪੁੱਟ ਔਨ, ਹੁਣ ਪੁੱਟ ਔਨ ਦਾ ਮੀਨਿੰਗ ਹੈ ਪਹਿਨਣਾ। ਜੇ ਪੁੱਛਿਆ ਜਾਵੇ ਕਿ ਉਤਾਰਨਾ ਕੀ ਹੁੰਦਾ, ਕਦੇ ਵੀ ਪੁੱਟ ਆਫ ਨਹੀਂ ਕਹਿਣਾ, ਕਿਉਂਕਿ ਪੁੱਟ ਆਫ ਦਾ ਮੀਨਿੰਗ ਹੁੰਦਾ ਹੈ ਟਾਲਣਾ ਜਾਂ ਪੋਸਟਪੋਨ ਕਰ ਦੇਣਾ। ਆਪਾਂ ਕਹਾਂਗੇ ਦਾ ਮੀਟਿੰਗ ਹੈਜ਼ ਬਿਨ ਪੁੱਟ ਆਫ। ਜੇ ਪੁੱਟ ਨਾਲ ਆਊਟ ਲਾ ਦਈਏ ਤਾਂ ਉਹਦਾ ਮੀਨਿੰਗ ਹੋ ਜਾਏਗਾ ਬੁਝਾਉਣਾ, ਜਿਵੇਂ ਅੱਗ ਬੁਝਾਉਂਦੇ ਆ, ਲੈਂਪ ਬੁਝਾਉਂਦੇ ਆ। ਜਿਹੜੀ ਬਿਜਲੀ ਵਾਲੀ ਚੀਜ਼ ਆ, ਬਿਜਲੀ ਵਾਲੀ ਚੀਜ਼ ਮਤਲਬ ਉਹ ਹੈ, ਉਹਦੇ ਵਾਸਤੇ ਸਵਿਚ ਆਫ ਸਵਿਚ ਔਨ ਲਾਉਂਦੇ ਆ, ਅਤੇ ਜਿਹੜੀ ਅੱਗ ਵਾਲੀ ਚੀਜ਼ ਹੈ ਉਹਦੇ ਵਾਸਤੇ ਅਸੀਂ ਪੁੱਟ ਆਊਟ ਲਾ ਦਿੰਦੇ ਹਾਂ ਕਿ ਪਲੀਜ਼ ਪੁੱਟ ਆਊਟ ਦਾ ਲੈਂਪ, ਪੁੱਟ ਆਊਟ ਦਾ ਫਾਇਰ, ਜੋ ਵੀ ਹੈ ਉਹ ਅਸੀਂ ਲਾਵਾਂਗੇ। ਜੇ ਪੁੱਟ ਅਪ ਲਾ ਦਿੰਦੇ ਹਾਂ ਤਾਂ ਪੁੱਟ ਅਪ ਹੁੰਦਾ ਟੂ ਸਟੇ ਫਾਰ ਸਮ ਟਾਈਮ ਐਟ ਸਮ ਪਲੇਸ ਆਮ ਤੌਰ 'ਤੇ, ਜਾਂ ਪੁੱਟ ਅਪ ਕਿਤੇ ਕੋਈ ਚਪੇਣਾ, ਕੋਈ ਲਾਉਣਾ ਵੀ ਹੁੰਦਾ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਦਾ ਨੋਟਿਸ ਵਾਜ ਪੁੱਟ ਅਪ ਔਨ ਦਾ ਨੋਟਿਸ ਬੋਰਡ, ਇਸ ਤਰ੍ਹਾਂ ਵੀ। ਜਾਂ ਆਈ ਸ਼ੈਲ ਪੁੱਟ ਅਪ ਇਨ ਸਮ ਹੋਟਲ ਵੈਨ ਆਈ ਗੋ ਟੂ ਚੰਡੀਗੜ੍ਹ ਜਾਂ ਵੈਨ ਆਈ ਗੋ ਟੂ ਦਿੱਲੀ, ਕੁਛ ਵੀ ਆਪਾਂ ਕਹੀਏ ਤਾਂ ਇਸ ਤਰ੍ਹਾਂ ਅਸੀਂ ਪੁੱਟ ਅਪ। ਲੇਕਿਨ ਜੇ ਪੁੱਟ ਅਪ ਵਿਦ ਲਾ ਦਿੰਦੇ ਹਾਂ ਤਾਂ ਉਹਦਾ ਮੀਨਿੰਗ ਹੈ ਸਹਿਣ ਕਰਨਾ, ਬਰਦਾਸ਼ਤ ਕਰਨਾ। ਪੁੱਟ ਅਪ ਵਿਦ ਬੀਅਰ, ਜਾਣੀ ਸਹਿਣ ਕਰਨਾ। ਆਈ ਕੈਨ ਨਾਟ ਪੁੱਟ ਅਪ ਵਿਦ ਦਿਸ ਇਨਸਲਟ, ਇਸ ਰੂਪ ਦੇ ਵਿੱਚ ਕਹਿੰਦੇ ਆ, ਜਾਣੀ ਵੱਖਰੀ ਪ੍ਰੈਪੋਜੀਸ਼ਨ ਲਾ ਕੇ ਉਹਦਾ ਮੀਨਿੰਗ ਜਿਹੜਾ ਹੈ ਉਹ ਵੱਖਰਾ ਹੋ ਜਾਂਦਾ ਹੈਗਾ। ਇਸ ਤਰ੍ਹਾਂ ਅਸੀਂ ਲੁੱਕ ਦੇਖੀਏ ਕਿ ਲੁੱਕ ਦੇ ਵਿੱਚ ਜੇ ਅਸੀਂ ਲੁੱਕ ਐਟ ਲਾਉਂਦੇ ਹਾਂ ਤਾਂ ਸਿੰਪਲ ਦੇਖਣਾ ਹੈ। ਜਿਹੜੇ ਇੱਦਾਂ ਦੇਖਣ ਵਾਲੇ ਨੇ, ਲੁੱਕ ਐਟ, ਗੇਜ਼ ਐਟ, ਗਲੇਅਰ ਐਟ, ਗਲਾਂਸ ਐਟ, ਬਲਿੰਕ ਐਟ, ਵਿੰਕ ਐਟ, ਇਹ ਸਾਰੇ ਜਿਹੜੇ ਹੈ ਇਹਨਾਂ ਨਾਲ ਐਟ ਲੱਗਦਾ ਹੈ। ਇਹ ਸਿੰਪਲ ਵੱਖ-ਵੱਖ ਰੂਪ ਹਨ ਦੇਖਣ ਦੇ। ਅਗਰ ਅਸੀਂ ਵਿੰਕ ਐਟ ਕਰਦੇ ਹਾਂ ਤਾਂ ਅੱਖ ਅਸੀਂ ਆਪਣੀ ਮੀਚਦੇ ਹਾਂ, ਦਬਦੇ ਹਾਂ। ਬਲਿੰਕ ਐਟ ਕਿਸੇ ਚੀਜ਼ 'ਤੇ ਅੱਖ ਝਪਕਦੇ ਹਾਂ।
ਗੇਜ਼ ਐਟ ਜਾਣੀ ਅਸੀਂ ਥੋੜ੍ਹੀ ਦੇਰ ਨਿਗਾਹ ਟਿਕਾ ਕੇ ਦੇਖਦੇ ਹਾਂ। ਸਟੇਅਰ ਜਿਵੇਂ ਆਪਾਂ ਕਹਿੰਦੇ ਹਾਂ ਬਹੁਤ ਨਿਗਾਹ ਟਿਕਾ ਕੇ ਦੇਖਣਾ, ਅੱਖਾਂ ਪੜ ਦੇਖਣਾ। ਤਾਂ ਇਸ ਤਰ੍ਹਾਂ ਗਲੇਅਰ ਹੁੰਦਾ, ਗੁੱਸੇ ਨਾਲ ਦੇਖਣਾ, ਗਲੇਅਰ ਐਟ ਜਾਣੀ ਇੱਦਾਂ ਅਸੀਂ ਲਾਉਂਦੇ ਹਾਂ। ਲੇਕਿਨ ਜਦੋਂ ਲੁੱਕ ਨਾਲ ਕੁਝ ਹੋਰ ਲੱਗ ਗਿਆ, ਲੁੱਕ ਫॉर ਲੱਗ ਗਿਆ, ਤਾਂ ਲੁੱਕ ਫॉर ਹੋ ਗਿਆ ਤਲਾਸ਼ ਕਰਨਾ। ਲੁੱਕ ਫॉर ਤਲਾਸ਼ ਕਰਨਾ ਕਿਸੇ ਚੀਜ਼ ਦੀ। ਅੱਛਾ, ਜੇ ਲੁੱਕ ਇਨਟੂ ਲੱਗ ਗਿਆ, ਲੁੱਕ ਇਨਟੂ ਤਾਂ ਉਹ ਜਾਂਚ ਕਰਨਾ ਹੋ ਗਿਆ, ਇਨਵੈਸਟੀਗੇਟ ਕਰਨਾ ਹੋ ਗਿਆ। ਜਾਣੀ ਇਹ ਦੇਖਦੇ ਆ ਕਿ ਲੁੱਕ ਨਾਲ ਕੋਈ ਪ੍ਰੈਪੋਜੀਸ਼ਨ ਹੋਰ ਲੱਗਦੀ ਆ ਤੇ ਮੀਨਿੰਗ ਬਦਲ ਜਾਂਦਾ ਹੈ। ਗਿਵ ਹੈ ਬੜਾ ਕਾਮਨ ਹੈ, ਗਿਵ ਅਪ ਤਿਆਗ ਦੇਣਾ, ਛੱਡ ਦੇਣਾ। ਗਿਵ ਇਨ ਹੁੰਦਾ ਹੈਗਾ ਗਾ ਕਿ ਵੀ ਅਸੀਂ ਹਾਰ ਮੰਨ ਲੈਣੀ, ਈਨ ਮੰਨ ਲੈਣੀ, ਯੀਲਡ ਕਰ ਦੇਣਾ, ਗਿਵ ਇਨ ਹੋ ਜਾਂਦਾ ਹੈ। ਸਟੈਂਡ ਹੈ ਸਟੈਂਡ ਬਾਏ, ਸਟੈਂਡ ਬਾਏ ਦਾ ਭਾਵ ਹੋ ਜਾਂਦਾ ਸਾਥ ਦੇਣਾ, ਸਾਥ ਦੇਣਾ, ਸਟੈਂਡ ਬਾਏ। ਜੇ ਬਾਈ ਹਾਰਟ ਕਹਿ ਦਈਏ ਤਾਂ ਮੂਜ਼ਬਾਨੀ। ਇਸ ਤਰ੍ਹਾਂ ਹੀ ਮੇਕ ਨਾਲ ਬੜੇ ਬਣ ਜਾਂਦੇ ਨੇ ਹੈ ਜੀ। ਅਗਰ ਅਸੀਂ ਕਹੀਏ ਮੇਕਅਪ ਤਾਂ ਮੇਕਅਪ ਹੁੰਦਾ ਕਮੀ ਪੂਰੀ ਕਰਨੀ, ਘਾਟ ਪੂਰੀ ਕਰਨੀ। ਇਹਨੂੰ ਅਸੀਂ ਸ਼ਿੰਗਾਰ ਕਰਨਾ ਵੀ ਕਹਿ ਦਿੰਦੇ ਹਾਂ, ਉਹ ਵੀ ਇੱਕ ਤਰ੍ਹਾਂ ਨਾਲ ਕਮੀ ਪੂਰੀ ਕਰਨੀ ਹੁੰਦੀ ਹੈ ਮੇਕਅਪ। ਤੋ ਜੇ ਆਪਾਂ ਕਹੀਏ ਮੇਕਅਪ ਵਨਜ਼ ਮਾਈਂਡ ਤਾਂ ਪੱਕਾ ਇਰਾਦਾ ਕਰਨਾ ਹੋ ਜਾਂਦਾ। ਮੇਕ ਆਫ ਦਾ ਮਤਲਬ ਹੁੰਦਾ ਰਨ ਅਵੇ। ਤਾਂ ਇੱਦਾਂ ਜਾਣੀ ਇਸ ਤਰ੍ਹਾਂ ਬਣਦੇ ਰਹਿੰਦੇ ਨੇ। ਤੋ ਜਿਸ ਤਰ੍ਹਾਂ ਮੈਂ ਟੇਕ ਦਾ ਦੱਸਿਆ ਸੀਗਾ ਕਿ ਟੇਕ ਆਫ ਜਿਹੜਾ ਹੈ ਉਹ ਕੱਪੜੇ ਉਤਾਰਨ ਵਾਸਤੇ ਵਰਤਿਆ ਜਾਂਦਾ, ਟੂ ਰਿਮੂਵ, ਟੇਕ ਆਫ। ਤਾਂ ਟੇਕ ਨਾਲ ਵੀ ਹੋਰ ਬਣਦੇ ਨੇ। ਟੇਕ ਇਨ ਕਿਸੇ ਨੂੰ ਧੋਖਾ ਦੇਣਾ ਹੁੰਦਾ। ਆਪਾਂ ਕਹੀਏ ਕਿ ਡੋਂਟ ਬੀ ਟੇਕਨ ਇਨ ਬਾਏ ਹਿਜ਼ ਆਇਲੀ ਗਲਿਵ, ਭਾਵ ਕਿ ਉਸ ਦੀਆਂ ਚਿਕਨੇ ਚੁਪੜੀਆਂ ਗੱਲਾਂ ਵਿੱਚ ਨਾ ਆਉਣਾ, ਧੋਖੇ ਵਿੱਚ ਨਾ ਆਉਣਾ, ਲਾਈਕ ਦੈਟ। ਤੋ ਇੱਦਾਂ ਜਿਹੜੀ ਇਹ ਸਾਡੇ ਜਿਹੜੇ ਹਨ ਈਡੀਅਮਸ ਵੱਖ-ਵੱਖ ਰੂਪਾਂ ਦੇ ਬਣਦੇ ਨੇ, ਇਹਨਾਂ ਦਾ ਵੀ ਅਸੀਂ ਧਿਆਨ ਰੱਖਣਾ ਹੁੰਦਾ। ਫਿਰ ਕੁਝ ਸਾਡੀਆਂ ਪ੍ਰੈਪੋਜੀਸ਼ਨਸ ਇਹੋ ਜਿਹੀਆਂ ਨੇ ਜੋ ਜੁੜਤ ਰੂਪ ਦੇ ਵਿੱਚ ਨੇ। ਜੇ ਬਿਟਵਿਨ ਤੇ ਅਮੰਗ ਹੈ, ਬਿਟਵਿਨ ਤੇ ਅਮੰਗ। ਹੁਣ ਬਿਟਵਿਨ ਜੋ ਹੈ ਇਹਦੀ ਵਰਤੋਂ ਅਸੀਂ ਦੋ ਦੇ ਲਈ ਕਰਨੀ ਆ, ਅਮੰਗ ਦੀ ਜਿਹੜੀ ਕਰਨੀ ਆ ਦੋ ਤੋਂ ਵੱਧ ਦੇ ਲਈ ਕਰਦੇ ਹੈਗੇ ਆਂਗੇ। ਕੋਈ ਚੀਜ਼ ਦੋ 'ਚ ਵੰਡਣੀ ਆ ਤਾਂ ਬਿਟਵਿਨ ਦੈਮ ਕਹਾਂਗੇ, ਬਿਟਵਿਨ ਟੂ ਬ੍ਰਦਰਸ ਕਹਿ ਦਿਆਂਗੇ। ਲੇਕਿਨ ਜੇ ਦੋ ਤੋਂ ਵੱਧ ਨੇ ਤਾਂ ਫਿਰ ਅਮੰਗ, ਅਮੰਗ ਆਲ ਆਫ ਦੈਮ ਇੱਦਾਂ ਅਸੀਂ ਕਹਾਂਗੇ। ਫਿਰ ਬਿਸਾਈਡ ਤੇ ਬਿਸਾਈਡਸ ਹੈਗੇ ਨੇ। ਬਿਸਾਈਡ ਹੁੰਦਾ ਗਾ ਜਾਣੀ ਨੀਅਰ, ਬਾਈ ਦਾ ਸਾਈਡ ਆਫ। ਤੋ ਦ ਚਾਈਲਡ ਵਾਜ਼ ਸਿਟਿੰਗ ਬਿਸਾਈਡ ਹਿਜ਼ ਮਦਰ, ਇੱਦਾਂ ਅਸੀਂ ਕਹਿ ਸਕਦੇ ਹਾਂ। ਲੇਕਿਨ ਜਦੋਂ ਬਿਸਾਈਡਸ ਕਹਿੰਦੇ ਆ ਤਾਂ ਉਹਦਾ ਭਾਵ ਹੋ ਜਾਊਗਾ ਇਲਾਵਾ, ਜਾਣੀ ਇਨ ਐਡੀਸ਼ਨ ਟੂ ਜਾਂ ਅਪਾਰਟ ਫਰੋਮ, ਭਾਵ ਕਿ ਉਸ ਤੋਂ ਇਲਾਵਾ ਆ ਵੀ। ਬਿਸਾਈਡ ਵਰਡਸਵਰਥ ਦੀ ਲਾਈਨ ਆ, ਬਿਸਾਈਡ ਦਾ ਲੇਕ, ਬੀਨੀਥ ਦਾ ਟਰੀਜ਼, ਫਲਟਰਿੰਗ ਐਂਡ ਡਾਂਸਿੰਗ ਇਨ ਦਾ ਬਰੀਜ਼, ਭਾਵ ਕਿ ਬਿਸਾਈਡ ਦਾ ਲੇਕ, ਨੀਅਰ ਦਾ ਲੇਕ। ਤਾਂ ਉੱਥੇ ਡੈਫੋਡਿਲਸ ਦੀ ਗੱਲ ਹੁੰਦੀ ਹੈਗੀ ਹੈ। ਤਾਂ ਬਿਸਾਈਡਸ ਜਾਣੀ ਵੱਖਰਾ ਹੋ ਗਿਆ। ਬਿਸਾਈਡਸ ਬੁੱਕਸ, ਆਈ ਗੇਵ ਹਿਮ ਸਮ ਨੋਟਬੁੱਕਸ ਆਲਸੋ, ਕਿ ਕਿਤਾਬਾਂ ਤੋਂ ਇਲਾਵਾ ਕੁਝ ਕਾਪੀਆਂ ਵੀ ਦਿੱਤੀਆਂ, ਜਾਣੀ ਇੱਦਾਂ ਮੀਨਿੰਗ ਹੈ। ਫਿਰ ਸਾਡੇ ਕੋਲ ਸਿੰਸ ਔਰ ਫॉर ਹੈ। ਸਿੰਸ ਜਿਹੜਾ ਹੈਗਾ ਗਾ, ਫॉर ਔਰ ਸਿੰਸ, ਇਹਨਾਂ ਦੀ ਵਰਤੋਂ ਫॉर ਦੀ ਵੈਸੇ ਤਾਂ ਅਦਰਵਾਈਜ਼ ਤਾਂ ਬਹੁਤ ਵਰਤੋਂ ਆ, ਲੇਕਿਨ ਸਮੇਂ ਦੇ ਪ੍ਰਸੰਗ ਜਦ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਆਮ ਤੌਰ 'ਤੇ ਪ੍ਰੈਜੈਂਟ ਪਰਫੈਕਟ, ਪਾਸਟ ਪਰਫੈਕਟ, ਫਿਊਚਰ ਪਰਫੈਕਟ ਜਾਂ ਇਹੋ ਜਿਹੇ ਰੂਪ ਦੇ ਵਿੱਚ ਜਿੱਥੇ ਕਿਤੇ ਅਸੀਂ ਗੱਲ ਦੱਸਦੇ ਹਾਂ ਕਿ ਇੰਨੇ ਸਮੇਂ ਤੋਂ ਕੋਈ ਕੰਮ ਹੋ ਰਿਹਾ ਹੈ ਜਾਂ ਕਰ ਰਹੇ ਹਾਂ, ਫਿਰ ਅਸੀਂ ਸਿੰਸ ਜਾਂ ਫॉर ਦੀ ਵਰਤੋਂ ਕਰਦੇ ਹਾਂ। ਸਿੰਸ ਕਰਦੇ ਹਾਂ ਵਿਦ ਪੁਆਇੰਟ ਆਫ ਟਾਈਮ, ਔਰ ਫॉर ਅਸੀਂ ਕਰਦੇ ਹਾਂ ਵਿਦ ਪੀਰੀਅਡ ਆਫ ਟਾਈਮ। ਜਾਣੀ ਸਿੰਸ ਮਾਰਨਿੰਗ, ਸਿੰਸ ਈਵਨਿੰਗ, ਸਿੰਸ ਮੰਡੇ, ਸਿੰਸ ਸੰਡੇ, ਇੱਦਾਂ ਕਹਾਂਗੇ। ਜੋ ਫॉर ਹੈ ਉਹਦੀ ਵਰਤੋਂ ਅਸੀਂ ਥੋੜ੍ਹੇ ਜਿਹੇ ਵੱਖਰੇ ਢੰਗ ਨਾਲ ਇੱਦਾਂ ਕਰਾਂਗੇ ਕਿ ਫਾਰ ਮੈਨੀ ਡੇਜ਼, ਫਾਰ 3 ਆਵਰਸ, ਫਾਰ 4 ਡੇਜ਼, ਕੁਛ ਵੀ, ਫਾਰ 4 ਵੀਕਸ, ਜੋ ਵੀ ਹੈ। ਤਾਂ ਉਹ ਭਾਵ ਕਿ ਵੱਖ-ਵੱਖ ਰੂਪਾਂ ਦੇ ਵਿੱਚ ਅਸੀਂ ਵਰਤੋਂ ਕਰਦੇ ਹਾਂ ਜਦ ਪੀਰੀਅਡ ਆਫ ਟਾਈਮ ਦਿੱਤਾ ਗਿਆ ਹੁੰਦਾ। ਇਸ ਤਰ੍ਹਾਂ ਫਰੋਮ ਦੀ ਵਰਤੋਂ ਜਿਹੜੀ ਹੈਗੀ ਆ ਉਹ ਵੀ ਹੁੰਦੀ ਹੈਗੀ, ਲੇਕਿਨ ਉਹਦੇ ਵੱਖ-ਵੱਖ ਰੂਪ ਹੈਗੇ ਨੇ। ਟੂ ਦੀ ਵਰਤੋਂ ਜਿਹੜੀ ਹੈਗੀ ਆ ਉਹ ਵੀ ਅਸੀਂ ਦੇਖਦੇ ਹਾਂ ਕਿ ਟਿਲ ਜਿਹੜਾ ਹੈ ਆਮ ਤੌਰ 'ਤੇ ਕਿ ਹਮੇਸ਼ਾ ਇਸ ਸਮੇਂ ਦੇ ਸੰਬੰਧ 'ਚ ਵਰਤਿਆ ਜਾਂਦਾ। ਲੇਕਿਨ ਜੋ ਟੂ ਹੈ ਤਾਂ ਉਹ ਅਸੀਂ ਡਿਸਟੈਂਸ ਦੇ ਵਿੱਚ ਵੀ ਲਾ ਦਿੰਦੇ ਹਾਂ, ਸਮੇਂ ਦੇ ਵਿੱਚ ਵੀ ਲਾ ਦਿਆਂਗੇ। ਇਹ ਕਹਿ ਸਕਦੇ ਹਾਂ ਕਿ ਫਰੋਮ ਮੰਡੇ ਟੂ ਸੈਟਰਡੇ ਵੀ ਕਹਿ ਸਕਦੇ ਹਾਂ, ਫਰੋਮ ਦਿੱਲੀ ਟੂ ਬੰਬੇ ਕਹਿ ਦਈਏ, ਅਤੇ ਉੱਦਾਂ ਵੀ ਇਹਦੀ ਵਰਤੋਂ ਜਿਹੜੀ ਹੈ ਇਹ ਹੋ ਜਾਂਦੀ ਹੈਗੀ ਹੈ। ਤੋ ਇਸ ਢੰਗ ਨਾਲ ਅਸੀਂ ਇਹਨਾਂ ਦੀ ਜੋ ਪ੍ਰੈਕਟਿਸ ਹੈਗੀ ਆ ਉਹ ਕਰਦੇ ਰਹਿਣਾ ਹੈ। ਤੋ ਇੱਕ ਲੈਕਚਰ ਹੋਰ ਜਿੱਦੇ ਆਪਾਂ ਇਹਨਾਂ ਦੀ ਰਿਵੀਜ਼ਨ ਕਰਾਂਗੇ ਉਸ ਦਿਨ ਲਾਵਾਂਗੇ ਕਿ ਵੱਖ-ਵੱਖ ਜੋ ਵਰਬਸ ਨੇ ਉਹਨਾਂ ਨਾਲ ਕਿਹੜੀਆਂ-ਕਿਹੜੀਆਂ ਕੀ ਪ੍ਰੈਪੋਜੀਸ਼ਨ ਲੱਗਦੀਆਂ ਨੇ ਔਰ ਕਿੱਥੇ ਅਸੀਂ ਨਹੀਂ ਲਾਉਣੀਆਂ। ਥੈਂਕ ਯੂ ਵੈਰੀ ਮੱਚ। ਸਟੇ ਹੈਪੀ, ਸਟੇ ਬਲੈਸਡ,
ਗॉड ब्लेस यू।